ਗੁੱਡ ਮਾਰਨਿੰਗ, ਨਮਸਕਾਰ। 7ਵੀਂ ਜਮਾਤ ਦੇ ਵਿਦਿਆਰਥੀਓ, ਅੱਜ ਦਾ ਤੁਹਾਡਾ ਕਿੱਕਲੀ ਪਾਠ ਪੁਸਤਕ ਦਾ 5ਵਾਂ ਪਾਠ ਚਿੱਟਾ ਹੰਸ। ਆਓ ਦੇਖੀਏ ਇਸ ਵਿੱਚ ਚਿੱਟਾ ਹੰਸ ਦੀ ਕੀ ਮਹੱਤਤਾ ਦੱਸੀ ਗਈ ਹੈ। ਹਰਜਾਪ ਸਿੰਘ ਪਿੰਡ ਦਾ ਵੱਡਾ ਜ਼ਿਮੀਂਦਾਰ ਸੀ, ਪਰ ਉਸ ਵਿੱਚ ਇੱਕ ਬੜਾ ਵੱਡਾ ਨੁਕਸ ਸੀ ਕਿ ਉਹ ਬਹੁਤ ਆਲਸੀ ਸੀ। ਉਸ ਕੋਲ ਕਾਫੀ ਨੌਕਰ ਚਾਕਰ ਸਨ ਜਿਹੜੇ ਉਸ ਦੀ ਸਾਰੀ ਖੇਤੀਬਾੜੀ ਵੇਖਦੇ ਸਨ, ਪਰ ਹਰਜਾਪ ਨਾ ਕਦੀ ਖੇਤਾਂ ਵੱਲ ਚੱਕਰ ਮਾਰਦਾ ਅਤੇ ਨਾ ਹੀ ਨੌਕਰਾਂ ਦੀ ਨਿਗਰਾਨੀ ਕਰਦਾ, ਜਿਸ ਕਰਕੇ ਸਾਰੇ ਮੁਲਾਜ਼ਮ ਆਪਣੀ ਮਨਮਰਜ਼ੀ ਨਾਲ ਕੰਮ ਕਰਦੇ। ਗੁੱਡ ਮਾਰਨਿੰਗ, ਨਮਸਕਾਰ। 7ਵੀਂ ਜਮਾਤ ਦੇ ਵਿਦਿਆਰਥੀਓ, ਅੱਜ ਦਾ ਤੁਹਾਡਾ ਕਿੱਕਲੀ ਪਾਠ ਪੁਸਤਕ ਦਾ 5ਵਾਂ ਪਾਠ ਚਿੱਟਾ ਹੰਸ। ਆਓ ਦੇਖੀਏ ਇਸ ਵਿੱਚ ਚਿੱਟਾ ਹੰਸ ਦੀ ਕੀ ਮਹੱਤਤਾ ਦੱਸੀ ਗਈ ਹੈ। ਹਰਜਾਪ ਸਿੰਘ ਪਿੰਡ ਦਾ ਵੱਡਾ ਜ਼ਿਮੀਂਦਾਰ ਸੀ, ਪਰ ਉਸ ਵਿੱਚ ਇੱਕ ਬੜਾ ਵੱਡਾ ਨੁਕਸ ਸੀ ਕਿ ਉਹ ਬਹੁਤ ਆਲਸੀ ਸੀ। ਉਸ ਕੋਲ ਕਾਫੀ ਨੌਕਰ ਚਾਕਰ ਸਨ ਜਿਹੜੇ ਉਸ ਦੀ ਸਾਰੀ ਖੇਤੀਬਾੜੀ ਵੇਖਦੇ ਸਨ, ਪਰ ਹਰਜਾਪ ਨਾ ਕਦੀ ਖੇਤਾਂ ਵੱਲ ਚੱਕਰ ਮਾਰਦਾ ਅਤੇ ਨਾ ਹੀ ਨੌਕਰਾਂ ਦੀ ਨਿਗਰਾਨੀ ਕਰਦਾ, ਜਿਸ ਕਰਕੇ ਸਾਰੇ ਮੁਲਾਜ਼ਮ ਆਪਣੀ ਮਨਮਰਜ਼ੀ ਨਾਲ ਕੰਮ ਕਰਦੇ। ਹੌਲੀ ਹੌਲੀ ਨੌਕਰਾਂ ਚਾਕਰਾਂ ਨੇ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ। ਹੁਣ ਹਰਜਾਪ ਦਾ ਘਰ ਖਾਲੀ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਹਰਜਾਪ ਦਾ ਬਚਪਨ ਦਾ ਦੋਸਤ ਕਰਮ ਸਿੰਘ, ਜਿਹੜਾ ਇੱਕ ਪਿੰਡ ਛੱਡ ਕੇ ਅਗਲੇ ਪਿੰਡ ਰਹਿੰਦਾ ਸੀ, ਆਇਆ। ਉਸਨੇ ਆ ਕੇ ਹਰਜਾਪ ਦੇ ਘਰ ਦੀ ਮਾੜੀ ਹਾਲਤ ਵੇਖੀ ਤਾਂ ਉਸਨੂੰ ਬੜਾ ਦੁੱਖ ਹੋਇਆ। ਉਸਨੂੰ ਆਪਣੇ ਦੋਸਤ ਦੇ ਆਲਸੀ ਸੁਭਾਅ ਬਾਰੇ ਪਤਾ ਸੀ। ਉਸਨੂੰ ਇਹ ਵੀ ਪਤਾ ਸੀ ਕਿ ਜੇ ਉਸਨੇ ਹਰਜਾਪ ਨੂੰ ਆਲਸ ਅਤੇ ਸੁਸਤੀ ਛੱਡਣ ਨੂੰ ਕਿਹਾ ਤਾਂ ਉਸਨੇ ਕਦੀ ਨਹੀਂ ਮੰਨਣਾ। ਕਰਮ ਸਿੰਘ ਨੇ ਇੱਕ ਸਕੀਮ ਸੋਚੀ ਅਤੇ ਹਰਜਾਪ ਨੂੰ ਕਹਿਣ ਲੱਗਾ, ਭਰਾਵਾ, ਮੈਨੂੰ ਤੇਰੇ ਘਰ ਦੀ ਮਾੜੀ ਹਾਲਤ ਵੇਖ ਕੇ ਬੜਾ ਦੁੱਖ ਹੋਇਆ ਹੈ। ਮੇਰੇ ਕੋਲ ਤੁਹਾਡੀ ਗਰੀਬੀ ਪੱਕੇ ਤੌਰ 'ਤੇ ਠੀਕ ਕਰਨ ਲਈ ਇੱਕ ਤਰੀਕਾ ਹੈ। ਜਿਹੜਾ ਤਰੀਕਾ ਹੈ ਮੈਨੂੰ ਵੀ ਦੱਸ ਤਾਂ ਮੈਂ ਵੀ ਦੁੱਖ ਸੁੱਖ ਦਾ ਸਾਹ ਲੈ ਸਕਾਂ। ਹਰਜਾਪ ਬੋਲਿਆ। ਕਰਮ ਸਿੰਘ ਕਹਿਣ ਲੱਗਾ, ਸਵੇਰੇ ਅੰਮ੍ਰਿਤ ਵੇਲੇ ਜਦੋਂ ਅਜੇ ਸਾਰੇ ਪਸ਼ੂ ਪੰਛੀ ਆਰਾਮ ਕਰ ਰਹੇ ਹੁੰਦੇ ਨੇ, ਮਾਨਸਰੋਵਰ ਵਿੱਚ ਰਹਿਣ ਵਾਲਾ ਚਿੱਟਾ ਦੁੱਧ ਹੰਸ ਧਰਤੀ 'ਤੇ ਆਉਂਦਾ ਹੈ ਅਤੇ ਦਿਨ ਚੜ੍ਹੇ ਵਾਪਸ ਮੁੜ ਜਾਂਦਾ ਹੈ। ਇਹ ਤਾਂ ਕਿਸੇ ਨੂੰ ਨਹੀਂ ਪਤਾ ਕਿ ਉਹ ਕਦੋਂ ਅਤੇ ਕਿੱਥੇ ਆਵੇ, ਪਰ ਇੱਕ ਗੱਲ ਪੱਕੀ ਹੈ ਕਿ ਜਿਹੜਾ ਵੀ ਉਸਦੇ ਦਰਸ਼ਨ ਕਰ ਲੈਂਦਾ ਹੈ, ਉਸਨੂੰ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਰਹਿੰਦੀ। ਇਹ ਤਾਂ ਮੈਨੂੰ ਬੜੀ ਵਧੀਆ ਅਤੇ ਫਾਇਦੇਮੰਦ ਗੱਲ ਦੱਸ ਚੱਲਿਆ ਹੈ। ਮੈਂ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਉੱਠ ਕੇ ਉਸਦੇ ਦਰਸ਼ਨਾਂ ਦੀ ਭਾਲ ਵਿੱਚ ਨਿਕਲਿਆ ਕਰਾਂਗੇ। ਹਰਜਾਪ ਨੇ ਬੜੇ ਪਿਆਰ ਨਾਲ ਕਰਮ ਸਿੰਘ ਦਾ ਹੱਥ ਫੜ ਕੇ ਕਿਹਾ। ਇਹ ਕਹਿ ਕੇ ਅਤੇ ਚਾਹ ਦਾ ਕੱਪ ਪੀ ਕੇ ਕਰਮ ਸਿੰਘ ਆਪਣੇ ਪਿੰਡ ਵੱਲ ਤੁਰ ਪਿਆ। ਹਰਜਾਪ ਸਿੰਘ ਮੂੰਹ ਹਨੇਰੇ ਹੀ ਉੱਠਿਆ ਅਤੇ ਆਪਣੇ ਖੇਤਾਂ ਵੱਲ ਤੁਰ ਪਿਆ। ਉਹ ਅਜੇ ਖੇਤਾਂ ਤੋਂ ਥੋੜ੍ਹੀ ਦੂਰ ਹੀ ਸੀ ਕਿ ਉਸਨੂੰ ਆਪਣੇ ਖੇਤ ਵਿੱਚ 4-5 ਪਰਛਾਵੇਂ ਜਿਹੇ ਦਿਸੇ, ਜਿਵੇਂ ਉਹ ਕੁਝ ਤੋੜ ਰਹੇ ਹੋਣ। ਉਹ ਹੌਲੀ ਹੌਲੀ ਖੇਤ ਕੋਲ ਪਹੁੰਚਿਆ ਤਾਂ 5-6 ਆਦਮੀ ਉਸਦੀ ਪੈਲੀ ਵਿੱਚ ਬੀਜੀਆਂ ਹੋਈਆਂ ਸਬਜ਼ੀਆਂ ਤੋੜ ਕੇ ਟੋਕਰੇ ਭਰ ਰਹੇ ਸਨ। ਉਹ ਹਰਜਾਪ ਸਿੰਘ ਨੂੰ ਅਚਾਨਕ ਆਇਆ ਵੇਖ ਕੇ ਘਬਰਾ ਗਏ ਅਤੇ ਮਾਫ਼ੀ ਮੰਗਣ ਲੱਗ ਪਏ। ਉਸਨੇ ਉਹ ਭਰੇ ਹੋਏ ਟੋਕਰੇ ਮੰਡੀ ਭੇਜ ਕੇ ਕਿੰਨੇ ਸਾਰੇ ਪੈਸੇ ਵੱਟ ਲਏ। ਅਗਲੇ ਦਿਨ ਸਵੇਰੇ ਉਹ ਚਿੱਟੇ ਹੰਸ ਦੀ ਭਾਲ ਕਰਦਾ ਹੋਇਆ ਆਪਣੇ ਗਊਆਂ ਮੱਝਾਂ ਦੇ ਬਾੜੇ ਵੱਲ ਚੱਲ ਗਿਆ। ਉਸਨੇ ਵੇਖਿਆ ਕਿ ਬਾੜੇ ਦਾ ਰਖਵਾਲਾ ਦੁੱਧ ਦੀਆਂ ਭਰੀਆਂ ਹੋਈਆਂ ਬਾਲਟੀਆਂ ਇੱਕ ਦੋਧੀ ਦੇ ਦੋਣਿਆਂ ਵਿੱਚ ਪਾ ਕੇ ਉਸ ਕੋਲੋਂ ਪੈਸੇ ਲੈ ਰਿਹਾ ਸੀ। ਜਦੋਂ ਹਰਜਾਪ ਸਿੰਘ ਨੂੰ ਅਚਾਨਕ ਬਾੜੇ ਵਿੱਚ ਵੇਖਿਆ ਤਾਂ ਉਹ ਉਸਦੇ ਪੈਰਾਂ 'ਤੇ ਡਿੱਗ ਪਿਆ ਅਤੇ ਉਸ ਦਿਨ ਦੇ ਦੋਧੀ ਕੋਲੋਂ ਲਏ ਪੈਸੇ ਉਸਨੂੰ ਫੜਾ ਦਿੱਤੇ। ਬਾੜੇ ਤੋਂ ਹੋ ਕੇ ਉਹ ਘਰ ਚਲਾ ਗਿਆ। ਉਸਨੂੰ ਅੱਜ ਬੜੇ ਦਿਨਾਂ ਬਾਅਦ ਥੋੜ੍ਹੀ ਜਿਹੀ ਭੁੱਖ ਮਹਿਸੂਸ ਹੋ ਰਹੀ ਸੀ। ਉਸਨੇ ਸੋਚਿਆ, ਕਿਉਂ ਨਾ ਮੈਂ ਘਰੋਂ ਹਾਜ਼ਰੀ ਕਰ ਆਵਾਂ ਅਤੇ ਦੋਧੀ ਕੋਲੋਂ ਲਏ ਪੈਸੇ ਘਰ ਰੱਖ ਆਵਾਂ। ਨਾਸ਼ਤਾ ਕਰਨ ਤੋਂ ਬਾਅਦ ਉਹ ਫਿਰ ਆਪਣੇ ਖੇਤਾਂ ਵਿੱਚ ਪਹੁੰਚ ਗਿਆ। ਧੁੱਪ ਕਾਫੀ ਨਿਕਲ ਚੁੱਕੀ ਸੀ, ਪਰ ਅਜੇ ਤੱਕ ਉਸਦਾ ਕੋਈ ਵੀ ਕੰਮ 'ਤੇ ਨਹੀਂ ਸੀ ਆਇਆ। ਉਹ ਖੇਤਾਂ ਵਿੱਚ ਘੁੰਮਦਾ ਰਿਹਾ। ਉਸਨੇ ਵੇਖਿਆ ਕਿ ਖੇਤਾਂ ਵਿੱਚ ਕੋਈ ਵੀ ਕੰਮ ਢੰਗ ਨਾਲ ਨਹੀਂ ਸੀ ਹੋ ਰਿਹਾ। ਸਬਜ਼ੀਆਂ ਨੂੰ ਗੋਡੀ ਕਰਨ ਵਾਲੀ ਪਈ ਸੀ, ਫਸਲਾਂ ਨੂੰ ਪਾਣੀ ਲੱਗਣ ਵਾਲਾ ਸੀ। ਉਹ ਆਪਣੇ ਖੇਤਾਂ ਨੂੰ ਵੇਖ ਕੇ ਆਪਣੀ ਅਣਗਹਿਲੀ ਕਾਰਨ ਕਾਮਿਆਂ ਦੀ ਲਾਪਰਵਾਹੀ ਬਾਰੇ ਦਿਲ ਵਿੱਚ ਪਛਤਾ ਰਿਹਾ ਸੀ। ਜਿਸ ਵੇਲੇ ਦੁਪਹਿਰਾਂ ਹੋਣ ਨੂੰ ਆਈਆਂ ਤਾਂ ਉਸਦੇ ਅੱਧ-ਪਚੱਧੇ ਕਾਮੇ ਤੁਰੇ ਆ ਰਹੇ ਸਨ। ਉਹ ਹਰਜਾਪ ਨੂੰ ਖੇਤਾਂ ਵਿੱਚ ਘੁੰਮਦਿਆਂ ਵੇਖ ਕੇ ਹੈਰਾਨ ਰਹਿ ਗਏ ਅਤੇ ਘਬਰਾ ਗਏ। ਹਰਜਾਪ ਨੇ ਉਹਨਾਂ ਨੂੰ ਮਿੱਠੀ ਜਿਹੀ ਝਾੜ ਪਾ ਕੇ ਸ਼ਰਮਿੰਦਾ ਕੀਤਾ ਅਤੇ ਅੱਗੇ ਤੋਂ ਵੇਲੇ ਸਿਰ ਆਉਣ ਦਾ ਵਾਅਦਾ ਲਿਆ। ਫਸਲ ਜ਼ਿਆਦਾ ਹੋਣ ਨਾਲ, ਦੁੱਧ ਸਬਜ਼ੀਆਂ ਦੀ ਚੋਰੀ ਬੰਦ ਹੋਣ ਨਾਲ ਉਸਦੀ ਆਮਦਨ ਵਿੱਚ ਇੱਕਦਮ ਵਾਧਾ ਹੋਣਾ ਸ਼ੁਰੂ ਹੋ ਗਿਆ, ਜਿਸ ਨਾਲ ਉਸਦੇ ਘਰ ਦੀ ਵਿਗੜ ਰਹੀ ਹਾਲਤ ਸੁਧਰਨ ਲੱਗੀ। ਇੱਕ ਦਿਨ ਫਿਰ ਕਰਮ ਸਿੰਘ ਆਪਣੇ ਦੋਸਤ ਹਰਜਾਪ ਸਿੰਘ ਦੇ ਘਰ ਆਇਆ। ਕਰਮ ਸਿੰਘ ਉਸਦਾ ਹਾਲ ਚਾਲ ਪੁੱਛਿਆ ਤਾਂ ਹਰਜਾਪ ਨੇ ਜਵਾਬ ਦਿੱਤਾ, ਹਾਲ ਚਾਲ ਤਾਂ ਮੇਰਾ ਬਹੁਤ ਵਧੀਆ ਹੈ, ਸਿਹਤ ਵੀ ਮੇਰੀ ਬੜੀ ਚੰਗੀ ਹੋ ਗਈ ਹੈ। ਤੇਰੇ ਕਹਿਣ ਅਨੁਸਾਰ ਮੈਂ ਚਿੱਟੇ ਹੰਸ ਦੀ ਭਾਲ ਵਿੱਚ ਰੋਜ਼ ਸਵੇਰੇ ਤੜਕੇ ਬਿਨਾਂ ਨਾਗਾ ਜਾਂਦਾ ਹਾਂ। ਮੈਨੂੰ ਅਜੇ ਤੱਕ ਚਿੱਟੇ ਹੰਸ ਦੇ ਦਰਸ਼ਨ ਤਾਂ ਨਹੀਂ ਹੋਏ, ਪਰ ਮੈਨੂੰ ਸਾਰੇ ਪਾਸਿਓਂ ਫਾਇਦਾ ਹੀ ਫਾਇਦਾ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਮੇਰੀ ਖੇਤੀਬਾੜੀ ਵੀ ਬੜੀ ਵਧੀਆ ਹੋ ਗਈ ਹੈ, ਜਿਸ ਨਾਲ ਮੇਰੀ ਨਿਗਰ ਰਹੀ ਹਾਲਤ ਸੁਧਰ ਗਈ ਹੈ। ਕਰਮ ਸਿੰਘ ਆਪਣੇ ਦੋਸਤ ਦੀ ਗੱਲ ਸੁਣ ਕੇ ਹੱਸਦਾ ਹੋਇਆ ਕਹਿਣ ਲੱਗਾ, ਮੇਰੇ ਯਾਰ, ਮਿਹਨਤ ਦਾ ਹੀ ਦੂਸਰਾ ਨਾਂ ਚਿੱਟਾ ਹੰਸ ਹੈ। ਮਿਹਨਤ ਦੇ ਖੰਭ ਹਮੇਸ਼ਾ ਚਿੱਟੇ ਹੁੰਦੇ ਹਨ। ਪਹਿਲਾਂ ਤੂੰ ਆਪ ਮਿਹਨਤ ਨਹੀਂ ਸੀ ਕਰਦਾ, ਆਪਣਾ ਸਾਰਾ ਕੰਮ ਕਾਮਿਆਂ ਉੱਪਰ ਛੱਡ ਦਿੰਦਾ ਸੀ, ਇਸ ਲਈ ਤੈਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਹੈ। ਹੁਣ ਤੂੰ ਸਵੇਰੇ ਤੜਕੇ ਉੱਠ ਕੇ ਆਪਣੇ ਖੇਤਾਂ ਵੱਲ ਚੱਕਰ ਮਾਰਦਾ ਹੈ, ਕਾਮਿਆਂ ਕੋਲੋਂ ਆਪ ਸਿਰ 'ਤੇ ਖਲੋ ਕੇ ਕੰਮ ਕਰਵਾਉਂਦਾ ਹੈ, ਇਸ ਲਈ ਘਾਟੇ ਦੀ ਥਾਂ ਤੈਨੂੰ ਆਮਦਨੀ ਹੋਣ ਲੱਗ ਪਈ ਹੈ।
ਹਰਜਾਪ ਸਿੰਘ ਨੇ ਜੋ ਹੁਣ ਤੱਕ ਸਾਰੀ ਗੱਲ ਸਮਝ ਚੁੱਕਾ ਸੀ, ਉਸਨੇ ਉੱਠ ਕੇ ਕਰਮ ਸਿੰਘ ਨੂੰ ਕਲਾਵੇ ਵਿੱਚ ਲੈ ਲਿਆ ਤੇ ਕਹਿਣ ਲੱਗਾ, ਕਰਮ ਸਿਆਂ, ਮੈਂ ਤੇਰਾ ਰਿਣੀ ਹਾਂ। ਤੂੰ ਮੇਰੇ ਡੁੱਬਦੇ ਹੋਏ ਘਰ ਨੂੰ ਬਚਾ ਲਿਆ ਹੈ। ਆਪਣੇ ਉਦੇਸ਼ ਵਿੱਚ ਕਾਮਯਾਬ ਹੋਇਆ ਕਰਮ ਸਿੰਘ ਖੁਸ਼ੀ ਨਾਲ ਫੁੱਲਿਆ ਨਹੀਂ ਸੀ ਸਮਾ ਰਿਹਾ। ਹੁਣ ਤੁਸੀਂ ਔਖੇ ਸ਼ਬਦਾਂ ਦੇ ਅਰਥ ਆਪਣੀ ਕਾਪੀ ਵਿੱਚ ਲਿਖੋਗੇ ਅਤੇ ਬੁੱਕ ਵਰਕ ਟਰਾਈ ਕਰੋਗੇ। ਇਸੇ ਨੂੰ ਹੀ ਵਰਕਸ਼ੀਟ 5ਵਾਂ ਮੰਨੋ।